ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ, ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸ ਟੈਟ, ਸੀ ਟੈਟ, ਮਾਸਟਰ ਕੇਡਰ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਪਾਰਟ ਨੰਬਰ 4 ਜਿਹੜਾ ਹੈ ਡਿਸਕਸ ਕਰਾਂਗੇ, ਜੋ ਕਿ ਪੋਲੀਟੀਕਲ ਸਾਇੰਸ ਸਿਵਿਕਸ ਦੇ ਨਾਲ ਰਿਲੇਟਡ ਹੈ। ਪੀਐਸ ਟੈਟ ਦੇ ਲਈ ਸਪੈਸ਼ਲੀ ਜਿਹੜੀ ਇਹ ਕਲਾਸ ਹੈਗੀ। ਸੋ 50 ਜਿਹੜੀ ਆਪਾਂ ਵਨ ਲਾਈਨ ਜਿਹੜੇ ਕੁਐਸਚਨ ਆ ਉਹ ਡਿਸਕਸ ਕਰਾਂਗੇ। ਓਕੇ, ਸੋ ਇਹ ਸਾਰੇ ਹੀ ਕੁਐਸਚਨ ਬੜੇ ਇੰਪੋਰਟੈਂਟ ਨੇ। ਸੋ ਸਾਰੀ ਜਿਹੜੀ ਕਲਾਸ ਆ ਉਹ ਜ਼ਰੂਰ ਦੇਖਿਆ ਕਰੋ, ਤਾਂ ਕਿ ਕੋਈ ਵੀ ਕੁਐਸਚਨ ਜਿਹੜਾ ਹੈ ਉਹ ਮਿਸ ਨਾ ਹੋਵੇ। ਓਕੇ, ਸੋ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਮਿਸ ਕਰ ਦਿਓ ਅਤੇ ਉਹੀ ਪੇਪਰ ਦੇ ਵਿੱਚ ਆ ਜਾਵੇ। ਇਹਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ। ਓਕੇ, ਤਾਂ ਧਿਆਨ ਰੱਖਣਾ ਕਿ ਟੋਟਲ ਜਿਹੜੇ ਆਪਣੇ ਤਕਰੀਬਨ 4500 ਦੇ ਕਰੀਬ ਕੁਐਸਚਨ ਉਦੋਂ ਤੱਕ ਹੋ ਜਾਣੇ ਨੇ ਜਦੋਂ ਤੱਕ ਆਪਣਾ ਪੇਪਰ ਹੋਣਾ ਹੈ। ਓਕੇ, ਅਗਰ ਪੋਸਟਪੋਨ ਹੋ ਜਾਂਦਾ ਹੈ ਤਾਂ ਉਸ ਤੋਂ ਵੀ ਇਲਾਵਾ ਆਪਾਂ ਹੋਰ ਬਹੁਤ ਸਾਰੇ ਕਰ ਲਵਾਂਗੇ। ਅਗਰ ਨਹੀਂ ਹੁੰਦਾ ਤਾਂ ਅਸੀਂ 4500 ਕੁਐਸਚਨ ਇਸ ਦਾ ਤਿੰਨੋਂ ਸਬਜੈਕਟ ਦਾ ਜਿਹੜਾ ਉਹ ਕੰਪਲੀਟ ਕਰ ਲਵਾਂਗੇ। ਸੋ ਕੋਈ ਵੀ ਕੁਐਸਚਨ ਫਾਲਤੂ ਨਹੀਂ ਹੈ, ਸਾਰੇ ਹੀ ਕੁਐਸਚਨ ਮੋਸਟ ਇੰਪੋਰਟੈਂਟ ਹੈਗੇ ਨੇਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਇਹਦਾ। ਸੋ ਧਿਆਨ ਰੱਖਣਾ, ਸਾਰੇ ਹੀ ਕੁਐਸਚਨ ਮੋਸਟ ਇੰਪੋਰਟੈਂਟ ਨੇ। ਕੋਈ ਵੀ ਫਾਲਤੂ ਕੁਐਸਚਨ ਇਸ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਜੋ ਤੁਹਾਡਾ ਟਾਈਮ ਵੇਸਟ ਕਰਾਵੇ। ਓਕੇ, ਸੋ ਫਸਟ ਕੁਐਸਚਨ ਹੈ ਜੀ ਅੱਜ, ਕਲੇਮੈਂਟ ਐਟਲੀ ਨੇ ਕਦੋਂ ਐਲਾਨ ਕੀਤਾ ਕਿ ਭਾਰਤ ਵਿੱਚੋਂ ਅੰਗਰੇਜ਼ ਜਿਹੜੇ ਨੇ ਉਹ 30 ਜੂਨ 1947 ਨੂੰ ਖਤਮ ਹੋ ਜਾਊਗਾ। ਯਾਨੀ ਕਿ ਅੰਗਰੇਜ਼ੀ ਰਾਜ ਜਿਹੜਾ ਹੈ ਉਹ 30 ਜੂਨ 1947 ਨੂੰ ਖਤਮ ਹੋ ਜਾਊਗਾ। ਕਲੇਮੈਂਟ ਐਟਲੀ ਸੀਗਾ ਜਿਹੜਾ ਕਿ ਬ੍ਰਿਟਿਸ਼ ਦਾ ਪ੍ਰਧਾਨ ਮੰਤਰੀ ਸੀ, ਜੋ ਕਿ ਕੱਲ੍ਹ ਵਾਲੇ ਕੁਐਸਚਨ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ। ਇਹਨੇ ਐਲਾਨ ਕੀਤਾ ਸੀ ਕਿ 30 ਜੂਨ 1947 ਨੂੰ ਅੰਗਰੇਜ਼ੀ ਰਾਜ ਜਿਹੜਾ ਹੈ ਉਹ ਖਤਮ ਹੋ ਜਾਊਗਾ। ਓਕੇ, ਸੋ ਇਸਨੇ ਐਲਾਨ ਕੀਤਾ ਸੀ ਕਿ ਠੀਕ ਹੈ 30 ਜੂਨ 1947 ਨੂੰ ਖਤਮ ਹੋ ਜਾਵੇਗਾ। ਇਹ ਐਲਾਨ ਸੀ ਜਿਹੜਾ ਉਹ ਕਦੋਂ ਕੀਤਾ ਪੁੱਛਿਆ ਗਿਆ ਗਾ। ਓਕੇ, ਸੋ ਇਹ ਐਲਾਨ 20 ਫਰਵਰੀ 1947 ਨੂੰ ਕੀਤਾ ਸੀਗਾ। 20 ਫਰਵਰੀ 1947 ਨੂੰ ਐਲਾਨ ਕੀਤਾ ਸੀ। ਫਿਰ ਅੱਗੇ ਜੂਨ 1947 ਦੇ ਵਿੱਚ ਇਹ ਖਤਮ ਹੋਣਾ ਸੀਗਾ। ਓਕੇ, ਬਟ ਇਹ ਅੱਗੇ ਜਾਂਦਾ ਰਿਹਾ, ਸਾਨੂੰ ਪਤਾ ਹੈ ਕਿ 15 ਅਗਸਤ ਤੱਕ। ਨੈਕਸਟ ਹੈ ਲਾਰਡ ਮਾਊਂਟਬੈਟਨ ਯੋਜਨਾ ਜਿਹੜੀ ਹੈ, ਯਾਨੀ ਕਿ ਮਾਊਂਟਬੈਟਨ ਯੋਜਨਾ ਜਿਹੜੀ ਹੈ ਉਹ ਕਦੋਂ ਪੇਸ਼ ਕੀਤੀ ਗਈ ਸੀ, ਜਿਹੜੀ ਕਿ ਲਾਰਡ ਮਾਊਂਟਬੈਟਨ ਦੇ ਦੁਆਰਾ ਪੇਸ਼ ਕੀਤੀ ਗਈ ਸੀ। ਸੋ ਇਹ ਯੋਜਨਾ 3 ਜੂਨ 1947 ਨੂੰ ਪੇਸ਼ ਕੀਤੀ ਗਈ ਸੀਗੀ, ਜਿਹੜੀ ਕਿ ਲਾਰਡ ਮਾਊਂਟਬੈਟਨ ਦੀ ਯੋਜਨਾ ਸੀ। ਵੰਡ ਨੂੰ ਲੈ ਕੇ ਬਣਾਈ ਗਈ ਸੀ ਇਹ ਮਾਊਂਟਬੈਟਨ ਯੋਜਨਾ। ਓਕੇ, ਨੈਕਸਟ ਕੁਐਸਚਨ ਹੈ ਮਾਊਂਟਬੈਟਨ ਯੋਜਨਾ ਕਿਸ ਨੇ ਪੇਸ਼ ਕੀਤੀ ਸੀ। ਸੋ ਰਾਈਟ ਹੈ ਇਸਦਾ ਆਂਸਰ, ਬੜਾ ਸਿੰਪਲ ਜਿਹਾ ਹੈ। ਮਾਊਂਟਬੈਟਨ ਹੈ ਤਾਂ ਸੁਭਾਵਿਕ ਜੀ ਗੱਲ ਹੈ ਕਿ ਉਹੀ ਅਧਿਕਾਰੀ ਇਸ ਦੇ ਨਾਲ ਸੰਬੰਧਿਤ ਹੋਵੇਗਾ, ਲਾਰਡ ਮਾਊਂਟਬੈਟਨ। ਅਤੇ ਇਹ ਕੌਣ ਸੀਗਾ, ਭਾਰਤ ਜਦੋਂ ਆਜ਼ਾਦ ਹੋ ਗਿਆ ਸੀ ਤਾਂ ਉਹਦਾ ਪਹਿਲਾ ਗਵਰਨਰ ਸੀਗਾ ਇਹ, ਪਹਿਲਾ ਗਵਰਨਰ। ਓਕੇ, ਆਜ਼ਾਦ ਭਾਰਤ ਦਾ। ਇਹ ਬ੍ਰਿਟਿਸ਼ ਸੀਗਾ। ਅਗਰ ਪੁੱਛ ਲਿਆ ਜਾਵੇ ਕਿ ਪਹਿਲੇ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਜਿਹੜਾ ਗਵਰਨਰ ਸੀ ਉਹ ਕੌਣ ਸੀ, ਤਾਂ ਸੀ ਰਾਜ ਗੋਪਾਲਚਾਰੀਆ ਸੀ। ਉਹ ਪਹਿਲਾ ਭਾਰਤੀ ਸੀ, ਪਹਿਲਾ ਤੇ ਆਖਰੀ ਗਵਰਨਰ ਜਨਰਲ। ਓਕੇ, ਇਹ ਵੀ ਯਾਦ ਰੱਖਣਾ ਹੈ। ਨੈਕਸਟ ਹੈ ਭਾਰਤੀ ਰਾਸ਼ਟਰੀ ਕਾਂਗਰਸ ਨੇ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕਦੋਂ ਕੀਤੀ। ਰਾਸ਼ਟਰੀ ਕਾਂਗਰਸ ਦੇ ਦੁਆਰਾ, ਨੈਸ਼ਨਲ ਕਾਂਗਰਸ ਦੇ ਦੁਆਰਾ, ਤਾਂ 1935 ਦੇ ਵਿੱਚ ਇਹਨੇ ਸੰਵਿਧਾਨ ਸਭਾ ਦੀ ਮੰਗ ਕੀਤੀ ਸੀਗੀ। ਕਿਸਨੇ, ਭਾਰਤੀ ਰਾਸ਼ਟਰੀ ਕਾਂਗਰਸ ਨੇ ਪਹਿਲੀ ਵਾਰ ਮੰਗ ਜਿਹੜੀ ਹੈ ਉਹ 1935 ਦੇ ਵਿੱਚ ਕੀਤੀ ਸੀ ਕਿ ਸਾਡੀ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਨੈਕਸਟ ਹੈ ਸੰਵਿਧਾਨ ਸਭਾ ਦੇ ਮੈਂਬਰ ਸੀ ਜਿਹੜੇ, ਠੀਕ ਹੈ, ਯਾਨੀ ਕਿ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਸੀ ਉਹਦਾ ਆਧਾਰ ਕੀ ਰੱਖਿਆ ਗਿਆ ਸੀਗਾ। ਕੌਨਸਟੀਟਿਊਸ਼ਨ ਜਿਹੜੀ ਅਸੈਂਬਲੀ ਬਣਾਈ ਗਈ ਸੀ ਉਹਦੇ ਮੈਂਬਰ ਬਣਾਏ ਗਏ ਸੀ, ਜਿਨ੍ਹਾਂ ਦੀ ਸੰਖਿਆ ਸੀਗੀ 399। ਓਕੇ, 399 ਮੈਂਬਰ ਸੀ, ਜੋ ਕਿ ਆਪਾਂ ਪਹਿਲਾਂ ਵਾਲੀਆਂ ਸਲਾਈਡਾਂ 'ਚ ਡਿਸਕਸ ਕੀਤਾ ਹੋਇਆ। ਇਹ ਮੈਂਬਰ ਜਿਹੜਾ ਸੀ ਇਹਦੇ ਆਧਾਰ ਬਣਾਇਆ ਗਿਆ ਸੀ ਜਨਸੰਖਿਆ, ਪਾਪੂਲੇਸ਼ਨ ਸੀਗੀ। ਇੱਕ ਮੈਂਬਰ ਸੀ ਜਿਹੜਾ ਉਹ 20 ਲੱਖ ਪਾਪੂਲੇਸ਼ਨ ਨੂੰ ਸ਼ੋਅ ਕਰਦਾ ਸੀਗਾ, ਇੱਕ ਮੈਂਬਰ। ਯਾਨੀ ਕਿ 20 ਲੱਖ ਜਨਸੰਖਿਆ ਦੇ ਪਿੱਛੇ ਇੱਕ ਮੈਂਬਰ ਚੁਣਿਆ ਗਿਆ ਸੀ ਇਸਦਾ। ਨੈਕਸਟ ਹੈ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ,
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀਗੀ ਜੀ 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀਗੀ, ਜਿਸ ਦਿਨ ਸੰਵਿਧਾਨ ਸਭਾ ਦਾ ਨਿਰਮਾਣ ਕੀਤਾ ਗਿਆ ਸੀ। ਓਕੇ, ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਪਹਿਲਾਂ ਵੀ ਸ਼ਾਇਦ ਰਿਪੀਟ ਹੋ ਚੁੱਕਾ ਹੈ, ਬਟ ਮੋਸਟ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਹੈ ਜੀ, ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਸਨੇ ਕੀਤੀ? ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਸਨੇ ਕੀਤੀ ਸੀ? ਸੱਚਿਆਨੰਦ ਸਨੇਹਾ ਸੀਗਾ। ਸੱਚਿਆਨੰਦ ਸਨੇਹਾ ਸੀਗਾ, ਜਿਹੜਾ ਕਿ ਆਰਜੀ ਤੌਰ 'ਤੇ ਚੁਣਿਆ ਗਿਆ ਸੀਗਾ। ਸਿਰਫ 2 ਦਿਨਾਂ ਦੇ ਇਸ ਨੂੰ ਪ੍ਰਧਾਨ ਬਣਾਇਆ ਗਿਆ ਸੀ। ਓਕੇ, 2 ਦਿਨਾਂ ਦੇ ਲਈ ਇਸ ਨੂੰ ਜਿਹੜਾ ਹੈ ਪ੍ਰਧਾਨ ਬਣਾਇਆ ਗਿਆ ਸੀ, ਜੋ ਕਿ ਆਰਜੀ ਤੌਰ 'ਤੇ ਸੀਗਾ। ਫਿਰ 2 ਦਿਨਾਂ ਬਾਅਦ ਯਾਨੀ ਕਿ ਇਹ 9 ਦਸੰਬਰ ਨੂੰ ਚੁਣਿਆ ਗਿਆ ਸੀ, ਅਤੇ 11 ਦਸੰਬਰ ਨੂੰ ਜਿਹੜਾ ਹੈ ਚੇਂਜ ਕਰ ਦਿੱਤਾ ਗਿਆ ਸੀਗਾ, ਪੱਕੇ ਤੌਰ 'ਤੇ ਬਣਾਇਆ ਗਿਆ ਸੀ, ਜਿਸ ਦਾ ਨਾਮ ਸੀ ਡਾਕਟਰ ਰਜਿੰਦਰ ਪ੍ਰਸਾਦ, ਜੋ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀ। ਉਸ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ। ਓਕੇ, ਨੈਕਸਟ ਹੈ, ਸੰਵਿਧਾਨ ਨਿਰਮਾਣ ਲਈ ਸੰਵਿਧਾਨਕ ਸਭਾ ਬਣਾਉਣ ਦਾ ਪ੍ਰਸਤਾਵ ਕਿਸ ਨੇ ਪੇਸ਼ ਕੀਤਾ? ਸੰਵਿਧਾਨ ਨਿਰਮਾਣ ਦੇ ਲਈ ਸੰਵਿਧਾਨਕ ਸਭਾ ਬਣਾਉਣ ਦਾ ਪ੍ਰਸਤਾਵ ਕਿਸ ਨੇ ਪੇਸ਼ ਕੀਤਾ? ਤਾਂ ਸੱਚਿਆਨੰਦ ਸਨੇਹਾ ਨੇ ਹੀ ਜਿਹੜਾ ਹੈ ਇਹ ਪ੍ਰਸਤਾਵ ਪੇਸ਼ ਕੀਤਾ ਸੀ। ਸੰਵਿਧਾਨ ਨਿਰਮਾਣ ਦੇ ਲਈ ਸੰਵਿਧਾਨਕ ਸਭਾ ਬਣਾਉਣ ਦਾ ਜਿਹੜਾ ਪ੍ਰਸਤਾਵ ਸੀ। ਨੈਕਸਟ ਹੈ, ਸੱਚਿਆਨੰਦ ਸਨੇਹਾ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਉਂ ਕੀਤੀ? ਮੋਸਟ ਇੰਪੋਰਟੈਂਟ ਕੁਐਸਚਨ। ਹਾਲਾਂਕਿ ਬਣਾ ਉਸ ਨੂੰ ਦਿੱਤਾ ਗਿਆ, ਬਟ ਇਹ ਕਾਰਨ ਕੀ ਸੀ ਕਿ ਉਹਨਾਂ ਨੂੰ ਹੀ ਕਿਉਂ ਬਣਾਇਆ ਗਿਆ ਕਿ ਉਹੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ? ਸੋ ਇਹ ਸੀਗਾ ਇਸ ਕਾਰਨ ਕਰਕੇ ਕਿਉਂਕਿ ਉਹ ਸੰਵਿਧਾਨ ਸਭਾ ਦੇ ਸਭ ਤੋਂ ਬਜ਼ੁਰਗ ਮੈਂਬਰ ਸੀਗੇ, ਸਭ ਤੋਂ ਓਲਡੈਸਟ ਸੀਗੇ, ਕਿਉਂਕਿ ਏਜ ਬਹੁਤ ਜ਼ਿਆਦਾ ਸੀ, ਐਕਸਪੀਰੀਅੰਸ ਵਾਲੇ ਸੀ, ਜਿਹਦੇ ਆਧਾਰ ਦੇ ਉੱਪਰ ਉਹਨਾਂ ਨੂੰ ਮੀਟਿੰਗ ਕਰਨ ਦੀ ਪ੍ਰਧਾਨਗੀ ਕਰਨ ਦੀ ਜਿਹੜਾ ਹੈ ਅਧਿਕਾਰ ਦਿੱਤਾ ਗਿਆ ਸੀ। ਬਜ਼ੁਰਗ ਮੈਂਬਰ ਹੋਣ ਦੇ ਕਾਰਨ ਕਰਕੇ, ਬਜ਼ੁਰਗ ਮੀਨਸ ਸੀਨੀਅਰ ਹੋਣ ਕਰਕੇ। ਨੈਕਸਟ ਹੈ, ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕਿਸ ਨੂੰ ਚੁਣਿਆ ਗਿਆ ਸੀ? ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਸੀਗਾ ਜੀ BN ਰਾਓ, ਜਿਹੜਾ ਕਿ ਇੰਟਰਨੈਸ਼ਨਲ ਜਿਹੜੀ ਕਿ UNO ਦੀ ਕੋਰਟ ਹੈ ਉਹਦੇ ਵਿੱਚ ਜੱਜ ਰਿਹਾ ਸੀਗਾ। ਨੈਕਸਟ ਹੈ ਜੀ, ਸੰਵਿਧਾਨ ਸਭਾ ਦਾ ਖਰੜਾ ਕਮੇਟੀ ਦਾ ਪ੍ਰਧਾਨ ਕੌਣ ਸੀਗਾ ਜੀ? ਸੋ ਡਾਕਟਰ BR ਅੰਬੇਦਕਰ ਸੀਗੇ, ਜਿਹੜੇ ਉਹ ਖਰੜਾ ਕਮੇਟੀ ਦੇ ਪ੍ਰਧਾਨ ਸੀਗੇ, ਚੇਅਰਮੈਨ ਸੀਗੇ ਇਹਨਾਂ ਦੇ ਵਿੱਚੋਂ। ਨੈਕਸਟ ਹੈ, ਜਿਸ ਨੂੰ ਸੰਵਿਧਾਨ ਦੇ ਪਿਤਾਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਾਸ਼ਟਰੀ ਝੰਡੇ ਦੇ ਨਿਰਮਾਣ ਨਾਲ ਸੰਬੰਧਿਤ ਕਮੇਟੀ ਦੇ ਪ੍ਰਧਾਨ ਕੌਣ ਸੀਗੇ? ਰਾਸ਼ਟਰੀ ਝੰਡੇ ਦੇ ਨਿਰਮਾਣ ਨਾਲ ਸੰਬੰਧਿਤ ਕਮੇਟੀ ਦੇ ਪ੍ਰਧਾਨ ਕੌਣ ਸੀ? ਸੋ ਰਾਈਟ ਐਸ ਦਾ ਆਨਸਰ JV ਕਿਰਪਲਾਨੀ। JV ਕਿਰਪਲਾਨੀ ਸੀ, ਜਿਸ ਨੇ ਰਾਸ਼ਟਰੀ ਝੰਡੇ ਦੇ ਨਿਰਮਾਣ ਦੇ ਲਈ ਇੱਕ ਕਮੇਟੀ ਬਣਾਈ ਸੀ ਕਿ ਸਾਡਾ ਰਾਸ਼ਟਰੀ ਝੰਡਾ ਕਿਸ ਟਾਈਪ ਦਾ ਹੋਣਾ ਹੈ, ਕੀ ਚੀਜ਼ ਉਸ ਦੇ ਵਿੱਚ ਹੋਣੀ ਚਾਹੀਦੀ ਹੈ, ਇਹ ਇਸ ਵਿਅਕਤੀ ਨੇ ਨਿਰਧਾਰਿਤ ਕੀਤਾ ਸੀ। ਨੈਕਸਟ ਹੈ, ਸੰਵਿਧਾਨ ਸਭਾ ਦਾ ਨਿਰਮਾਣ ਕਦੋਂ ਪੂਰਨ ਹੋਇਆ ਜਾਂ ਪੂਰਾ ਹੋਇਆ? ਸੰਵਿਧਾਨ ਸਭਾ ਦਾ ਜਿਹੜਾ ਨਿਰਮਾਣ ਸੀ ਇਹ ਪੂਰਾ ਹੋਇਆ 26 ਨਵੰਬਰ 1949 ਨੂੰ। 26 ਨਵੰਬਰ 1949 ਨੂੰ, ਜੋ ਕਿ ਲਾਸਟ ਹੀ ਗੁਜ਼ਰ ਕੇ ਗਈ ਹੈ। ਨੈਕਸਟ ਹੈ, ਨਾਗਰਿਕਤਾ, ਚੋਣਾਂ ਅਤੇ ਸੰਸਦ ਸੰਬੰਧੀ ਸੰਵਿਧਾਨਕ ਮੱਦਾਂ ਨੂੰ ਕਦੋਂ ਲਾਗੂ ਹੋਈਆਂ? ਨਾਗਰਿਕਤਾ ਸਿਟੀਜ਼ਨਸ਼ਿਪ ਸੀਗੀ, ਇਲੈਕਸ਼ਨ, ਸੰਸਦ ਸੰਬੰਧੀ ਜਿਹੜੀਆਂ ਪਾਰਲੀਮੈਂਟ ਸੰਬੰਧੀ ਸੰਵਿਧਾਨਕ ਮੱਦਾਂ ਜਿਹੜੀਆਂ ਸੀ ਇਹ ਕਦੋਂ ਲਾਗੂ ਹੋਈਆਂ ਸੀ? ਸੋ ਇਹ ਹੋਈਆਂ ਸੀਗੀਆਂ ਜੀ 26 ਨਵੰਬਰ 1949 ਨੂੰ। 26 ਨਵੰਬਰ 1949 ਨੂੰ। ਨੈਕਸਟ ਹੈ ਜੀ, ਸੰਵਿਧਾਨ ਨੂੰ ਬਣਾਉਣ 'ਤੇ ਕਿੰਨਾ ਸਮਾਂ ਲੱਗਿਆ ਸੀ? ਇਹ ਕਾਫੀ ਵਾਰ ਕੁਐਸਚਨ ਰਿਪੀਟ ਹੋਏ ਹੋਏ ਆ, ਠੀਕ ਹੈ, ਸੋ ਇਸ ਕਰਕੇ ਇਸ ਨੂੰ ਯਾਦ ਰੱਖਣਾ। ਸੰਵਿਧਾਨ ਨੂੰ ਬਣਾਉਣ ਦੇ ਉੱਪਰ ਸਮਾਂ ਲੱਗਿਆ ਸੀਗਾ ਜੀ 2 ਸਾਲ 11 ਮਹੀਨੇ 18 ਦਿਨ। 2 ਸਾਲ 11 ਮਹੀਨੇ 18 ਦਿਨ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਕਾਫੀ ਵਾਰ ਰਿਪੀਟਡ ਹੋਇਆ, ਠੀਕ ਹੈ। ਤਾਂ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀਗਾ ਇਸ ਨੂੰ। ਨੈਕਸਟ ਹੈ ਜੀ, ਅਸਲ ਸੰਵਿਧਾਨ ਦੇ ਵਿੱਚ ਕਿੰਨੇ ਭਾਗ ਤੇ ਕਿੰਨੀਆਂ ਧਾਰਾਵਾਂ ਸੀਗੀਆਂ? ਆਰਟੀਕਲ। ਸੋ ਜਦੋਂ ਸੰਵਿਧਾਨ ਬਣਾਇਆ ਗਿਆ ਸੀ ਉਸ ਸਮੇਂ ਉਹਦੇ ਵਿੱਚ ਕਿੰਨੇ ਅਨੁਛੇਦ ਤੇ ਕਿੰਨੇ ਭਾਗ ਸੀਗੇ? ਸੋ ਜਦੋਂ ਇਹ ਲਾਗੂ ਕੀਤਾ ਗਿਆ ਸੀ ਉਸ ਸਮੇਂ ਦੇ 22 ਭਾਗ ਸੀਗੇ ਤੇ 395 ਅਨੁਛੇਦ ਸੀਗੇ ਟੋਟਲ, ਠੀਕ ਹੈ। ਵਰਤਮਾਨ ਸਮੇਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ, 470 ਹੋ ਚੁੱਕੇ ਹੈਗੇ ਨੇਗੇ, ਠੀਕ ਹੈ, ਅਤੇ ਜਿਹੜੇ ਭਾਗ ਨੇ ਇਹ 25 ਹੋ ਚੁੱਕੇ ਹੈਗੇ ਨੇ। ਇਹਨਾਂ ਨੂੰ ਵਿੱਚ ਤੁਸੀਂ ਯਾਦ ਰੱਖਣਾ ਹੈ, ਵਰਤਮਾਨ ਸਮੇਂ ਤੇ ਪਹਿਲਿਆਂ ਨੂੰ। ਕਈ ਵਾਰ ਇਹ ਨਾ ਯਾਦ ਰੱਖ ਲਿਓ ਕਿ ਅੱਜ ਵਾਲੇ ਹੀ ਲਿਖ ਦਿਓ, ਪੁੱਛੇ ਪੁਰਾਣੇ ਹੋਣ। ਨੈਕਸਟ ਹੈ, ਅਸਲ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਸੀ? ਸ਼ਡਿਊਲ ਜਿਹੜੇ ਉਹ ਕਿੰਨੇ ਸੀਗੇ? 8 ਸੀਗੇ, ਬਟ ਵਰਤਮਾਨ ਸਮੇਂ ਕਿੰਨੇ ਨੇ? 12। ਨੈਕਸਟ ਹੈ, ਸੰਵਿਧਾਨ ਦੀ ਪਹਿਲੀ ਅਨੁਸੂਚੀ ਜਿਹੜੀ ਹੈ ਉਹ ਕਿਸ ਸੰਬੰਧੀ ਨਿਯਮ ਨਾਲ ਸੰਬੰਧਿਤ ਹੈ? ਸੰਵਿਧਾਨ ਦੀ ਪਹਿਲੀ ਅਨੁਸੂਚੀ ਜਿਹੜੀਆਂ ਇਹ 12 ਨੇਗੀਆਂ, ਇਹਨਾਂ ਦੇ ਵਿੱਚੋਂ ਪਹਿਲੀ ਅਨੁਸੂਚੀ ਜਿਹੜੀ ਹੈ ਉਹਦੇ ਵਿੱਚ ਕਿਹੜੇ ਨਿਯਮ ਆਉਂਦੇ ਨੇ, ਕਿਸ ਨਾਲ ਸੰਬੰਧਿਤ ਹੈ? ਉਹ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ। ਦੇਸ਼ਾਂ ਮੀਨਸ ਪ੍ਰਦੇਸ਼ਾਂ ਤੋਂ ਲਿਆ ਗਿਆ ਹੈ, ਠੀਕ ਹੈ, ਦੇਸ਼ ਨਹੀਂ ਹੈ, ਪ੍ਰਦੇਸ਼ ਅਸੀਂ ਕਹਾਂਗੇ। ਯੂਨੀਅਨ ਟੈਰੀਟਰੀ ਹੈ ਜਿਹੜੀ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਦੇ
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਬੰਧੀ ਜਾਣਕਾਰੀ ਦਿੰਦੀ ਹੈ, ਉਹਨਾਂ ਦੇ ਨਾਮ ਪ੍ਰਤੀ, ਉਹਨਾਂ ਦੀਆਂ ਸ਼ਕਤੀਆਂ ਪ੍ਰਤੀ, ਹੈ ਨਾ। ਸੋ ਕਾਫੀ ਚੀਜ਼ਾਂ ਦੇ ਵਿੱਚ ਹੈ ਜੋ ਕਿ ਬਾਉਂਡਰੀ ਨੂੰ ਲੈ ਕੇ ਵੀ ਆਉਂਦੀਆਂ ਹੈਗੀਆਂ। ਨੈਕਸਟ ਹੈ ਜੀ, ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ? ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ? 1858 ਦੇ ਵਿੱਚ ਭਾਰਤ ਦੇ ਵਿੱਚ ਗਵਰਨਰ ਜਨਰਲ ਦਾ ਜਿਹੜਾ ਅਹੁਦਾ ਹੈ ਉਹ ਇਸਟੈਬਲਿਸ਼ ਕਰ ਦਿੱਤਾ ਗਿਆ ਸੀਗਾ, ਠੀਕ ਹੈ। ਔਰ ਫਿਰ ਇਸ ਤੋਂ ਬਾਅਦ ਵਾਇਸਰਾਏ ਆਏ ਸੀਗੇ ਗਵਰਨਰ ਜਨਰਲ ਤੋਂ ਬਾਅਦ। ਨੈਕਸਟ ਹੈ, ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਵੈਰੀ ਸਿੰਪਲ ਹੈ। ਸੋ ਡਾਕਟਰ ਭੀਮ ਰਾਓ ਅੰਬੇਦਕਰ ਹੈ। ਸੋ ਇਸ ਨੂੰ ਫਾਦਰ ਆਫ ਸਾਡੀ ਇੰਡੀਅਨ ਕੌਂਸਟੀਟਿਊਸ਼ਨ ਦਾ ਜਿਹੜਾ ਮੰਨਿਆ ਜਾਂਦਾ ਹੈ। ਨੈਕਸਟ ਹੈ ਜੀ, ਸੰਵਿਧਾਨ ਸਭਾ ਦਾ ਪਹਿਲਾ ਇਜਲਾਸ ਕਿੱਥੇ ਹੋਇਆ? ਸੰਵਿਧਾਨ ਸਭਾ ਦਾ ਪਹਿਲਾ ਇਜਲਾਸ ਜਿਹੜਾ ਹੈ ਉਹ ਕਿਸ ਸਥਾਨ ਵਿਖੇ ਹੋਇਆ ਸੀ? ਸੋ ਰਾਈਟ ਆਨਸਰ ਹੈ ਨਵੀਂ ਦਿੱਲੀ ਦੇ ਵਿੱਚ ਜਿਹੜਾ ਹੈ ਸੰਵਿਧਾਨ ਸਭਾ ਦਾ ਪਹਿਲਾ ਇਜਲਾਸ ਹੋਇਆ ਸੀਗਾ। ਸੋ ਸਾਡਾ ਜਿਹੜਾ ਸੰਵਿਧਾਨ ਸੀ ਉਹ ਪ੍ਰਕਾਸ਼ਿਤ ਪਤਾ ਕਿੱਥੇ ਹੋਇਆ ਸੀ? ਦੇਹਰਾਦੂਨ ਦੇ ਵਿੱਚ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਜਦੋਂ ਬਣ ਕੇ ਤਿਆਰ ਹੋ ਗਿਆ ਸੀਗਾ। ਓਕੇ, ਦੋ ਹੀ ਲੈਂਗੁਏਜ ਦੇ ਵਿੱਚ ਸੀਗਾ ਉਹ, ਹਿੰਦੀ ਅਤੇ ਇੰਗਲਿਸ਼ ਦੇ ਵਿੱਚ, ਅਤੇ ਰਿਟਨ ਦੇ ਵਿੱਚ ਸੀਗਾ, ਨਾ ਕਿ ਟਾਈਪਿਸਟ ਦੇ ਵਿੱਚ ਉਹ। ਨੈਕਸਟ ਹੈ, ਆਜ਼ਾਦ ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕੌਣ ਸੀ? ਆਜ਼ਾਦ ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕੌਣ ਸੀ? ਸੋ ਇਹ ਸੀਗੇ ਜਵਾਹਰ ਲਾਲ ਨਹਿਰੂ ਜੀ। ਜਵਾਹਰ ਲਾਲ ਨਹਿਰੂ ਜਿਹੜੇ ਸੀ ਉਹ ਪਹਿਲੇ ਵਿਦੇਸ਼ ਮੰਤਰੀ ਵੀ ਸੀਗੇ ਅਤੇ ਪਹਿਲੇ PM ਵੀ ਸੀਗੇ। ਨੈਕਸਟ ਹੈ, ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ? ਭਾਰਤੀ ਸੰਵਿਧਾਨ 26 ਨਵੰਬਰ ਨੂੰ ਤਿਆਰ ਹੋ ਗਿਆ ਸੀ, ਬਟ ਇਹ ਅੱਗੇ ਆ ਕੇ 26 ਜਨਵਰੀ ਨੂੰ ਲਾਗੂ ਕਿਉਂ ਕੀਤਾ? ਸੋ ਇਸ ਦਾ ਕਾਰਨ ਸੀਗਾ ਕਿਉਂਕਿ 1929 ਤੋਂ ਬਾਅਦ ਜਿਹੜਾ ਹੈ ਭਾਰਤ ਨੂੰ ਜਿਹੜਾ ਹੈ 1929 ਤੋਂ ਬਾਅਦ ਭਾਰਤ ਨੂੰ 26 ਜਨਵਰੀ ਨੂੰ ਜਿਹੜਾ ਹੈ ਸੁਤੰਤਰਤਾ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਸੀਗੇ। ਭਾਰਤ ਨੂੰ ਉਸ ਦਿਨ ਤੋਂ ਆਜ਼ਾਦ ਸਮਝਿਆ ਜਾਂਦਾ ਸੀਗਾ, ਠੀਕ ਹੈ, 26 ਜਨਵਰੀ ਤੋਂ ਲੈ ਕੇ 1929 ਤੋਂ। ਇਸੇ ਕਾਰਨ ਕਰਕੇ ਇਹ 26 ਨਵੰਬਰ ਨੂੰ ਜਿਹੜਾ ਸਾਡਾ ਸੰਵਿਧਾਨ ਤਿਆਰ ਹੋ ਗਿਆ ਸੀ ਉਹਨੂੰ 26 ਜਨਵਰੀ ਨੂੰ ਲਾਗੂ ਕੀਤਾ ਜਾਂ ਬਣਾਇਆ ਸੀਗਾ। ਓਕੇ, ਲਾਗੂ ਕੀਤਾ ਸੀ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਪਹਿਲੀ ਵਾਰ 2 ਸਦਨੀ ਵਿਧਾਨ ਮੰਡਲ ਦੀ ਸਥਾਪਨਾ ਕਿਸ ਕਾਨੂੰਨ ਦੇ ਤਹਿਤ ਇਸਟੈਬਲਿਸ਼ ਕੀਤੀ ਗਈ? ਠੀਕ ਹੈ, ਬਾਇਓਕੈਮੀਕਲ ਜਿਹੜੀ ਹੈ ਲੈਜਿਸਲੇਚਰ, ਇਹ ਕਿਹੜੇ ਐਕਟ ਦੇ ਅਧੀਨ ਲਾਗੂ ਕੀਤੀ ਗਈ ਸੀ? ਸੋ ਇਸ ਐਕਟ ਦਾ ਨਾਮ ਸੀ ਭਾਰਤ ਸਰਕਾਰ ਕਾਨੂੰਨ ਐਕਟ, ਇੰਡੀਅਨ ਗਵਰਨਮੈਂਟ ਐਕਟ ਸੀਗਾ 1919। ਅਗਰ ਪੁੱਛਿਆ ਜਾਵੇ ਕਿ ਸਾਡੇ ਭਾਰਤੀ ਸੰਵਿਧਾਨ ਦੇ ਉੱਪਰ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੈ ਉਹ ਕਿਹੜੇ ਕਾਨੂੰਨ ਦਾ ਪਿਆ ਸੀ, ਕਿਹੜੇ ਐਕਟ ਦਾ ਪਿਆ ਸੀ, ਤਾਂ ਉਹ 1935 ਦਾ ਭਾਰਤ ਸਰਕਾਰ ਐਕਟ ਸੀਗਾ। ਉਹਨੇ ਸਭ ਤੋਂ ਵੱਧ ਪ੍ਰਭਾਵ ਪਾਇਆ ਸੀ ਸਾਡੇ ਇੰਡੀਅਨ ਕੌਂਸਟੀਟਿਊਸ਼ਨ ਦੇ ਉੱਪਰ। ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਵਿੱਚ ਸੰਘੀ ਪ੍ਰਣਾਲੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਫੈਡਰਲ ਸਿਸਟਮ ਜਿਹੜਾ ਹੈ ਨਾ, ਸੰਘੀ ਪ੍ਰਣਾਲੀ ਜਿਹੜੀ ਹੈ ਉਹ ਕਿਸ ਦੇਸ਼ ਤੋਂ ਅਡਾਪਟ ਕੀਤੀ ਹੈ? ਤਾਂ ਕੈਨੇਡਾ ਦੇ ਸੰਵਿਧਾਨ ਤੋਂ ਜਿਹੜਾ ਹੈ ਸੰਘੀ ਸ਼ਾਸਨ ਪ੍ਰਣਾਲੀ ਸਾਡੇ ਭਾਰਤ ਦੇ ਵਿੱਚ ਲਈ ਗਈ ਹੈ। ਨੈਕਸਟ ਹੈ, ਭਾਰਤੀ ਸੰਘੀ ਵਿਵਸਥਾ ਅਤੇ ਅਮਰੀਕੀ ਸੰਘੀ ਵਿਵਸਥਾ ਦੇ ਵਿੱਚ ਕਿਹੜੀ ਚੀਜ਼ ਇੱਕੋ ਹੈ? ਇੱਕੋ ਜਿਹੀ ਕਹਿ ਸਕਦੇ ਹਾਂ ਆਪਾਂ। ਓਕੇ, ਭਾਰਤੀ ਸੰਘੀ ਵਿਵਸਥਾ ਅਤੇ ਅਮਰੀਕੀ ਸੰਘੀ ਵਿਵਸਥਾ ਦੇ ਵਿੱਚ ਕਿਹੜੀ ਚੀਜ਼ ਇੱਕੋ ਜਿਹੀ ਹੈ ਜੋ ਸਿਮਿਲਰ ਨੇ ਦੋਨਾਂ ਦੇ ਵਿੱਚ? ਸੋ ਇਹ ਹੈ ਸੰਵਿਧਾਨ ਦੀ ਵਿਆਖਿਆ ਦੇ ਲਈ ਸੁਪਰੀਮ ਕੋਰਟ ਦੀ ਵਿਵਸਥਾ ਹੈ। ਭਾਰਤ ਦੇ ਵਿੱਚ ਵੀ ਇਹੀ ਹੈ ਅਤੇ ਅਮਰੀਕਾ ਦੇ ਵਿੱਚ ਵੀ ਇਹੀ ਸਿਸਟਮ ਹੈ ਕਿ ਜੇਕਰ ਸੰਵਿਧਾਨ ਦੀ ਵਿਆਖਿਆ ਕਰਨੀ ਹੈ ਤਾਂ ਉਹਦੇ ਲਈ ਸੁਪਰੀਮ ਕੋਰਟ ਬਣਾਈ ਗਈ ਹੈ ਸਾਡੀ, ਜੋ ਕਿ ਦਿੱਲੀ ਦੇ ਵਿੱਚ ਹੈ ਸਾਡੀ। ਨੈਕਸਟ ਕੁਐਸਚਨ ਹੈ, ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਕਿਸ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਮਿਲਦਾ ਜੁਲਦਾ ਹੈ? ਤਾਂ ਰਾਈਟ ਆਨਸਰ ਬ੍ਰਿਟੇਨ ਦੇ। ਓਕੇ, ਭਾਰਤ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੈ ਉਹ ਮਿਲਦਾ ਹੈ ਜੀ ਬ੍ਰਿਟੇਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਲ। ਨੈਕਸਟ ਹੈ ਜੀ, ਸੰਵਿਧਾਨ ਦਾ ਕਿਹੜਾ ਭਾਗ ਤੋਂ ਇਸ ਦੇ ਧਰਮ ਨਿਰਪੱਖ ਹੋਣ ਦਾ ਪਤਾ ਲੱਗਦਾ ਹੈ? ਵੈਰੀ ਇੰਪੋਰਟੈਂਟ ਹੈ। ਸੋ ਸੰਵਿਧਾਨ ਦੇ ਕਿਹੜੇ ਭਾਗ ਤੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਭਾਰਤ ਹੈ ਉਹ ਸੈਕੂਲਰ ਸਟੇਟ ਹੈ, ਧਰਮ ਨਿਰਪੱਖ ਹੈ, ਕਿਸੇ ਨੂੰ ਵੀ ਕੋਈ ਵੀ ਧਰਮ ਅਡਾਪਟ ਕਰਨ ਦੀ ਜਿਹੜੀ ਆਜ਼ਾਦੀ ਹੈ। ਸੋ ਇਹ ਹੈ ਪ੍ਰਸਤਾਵਨਾ, ਪ੍ਰੀਐਮਬਲ, ਇਹਦੇ ਵਿੱਚ ਲਿਖਿਆ ਗਿਆ ਹੈ ਕਿ ਸਾਡਾ ਭਾਰਤ ਜਿਹੜਾ ਹੈ ਉਹ ਧਰਮ ਨਿਰਪੱਖ ਹੋਵੇਗਾ। ਸੋ ਕਿਸੇ ਨੂੰ ਵੀ ਕੋਈ ਵੀ ਜਿਹੜਾ ਧਰਮ ਕਹਿ ਸਕਦੇ ਹਨ ਅਪਣਾਉਣ ਦੀ ਆਜ਼ਾਦੀ ਦਿੱਤੀ ਗਈ ਹੈਗੀ ਹੈ। ਹਾਲਾਂਕਿ ਰਾਈਟ ਦੇ ਵਿੱਚ ਆਉਂਦਾ, ਬਟ ਇਸ ਦਾ ਵਰਣਨ ਜਿਹੜਾ ਹੈ ਉਹ ਪ੍ਰਸਤਾਵਨਾ ਦੇ ਵਿੱਚ ਹੀ ਮਿਲ ਜਾਂਦਾ, ਜੋ ਕਿ ਇੱਕੋ ਇੱਕ ਇਸ ਦੀ ਸੋਚ ਸੀਗੀ 1976 ਦੇ ਵਿੱਚ ਹੋਈ, ਉਸ ਦੇ ਵਿੱਚ ਐਡ ਕੀਤਾ ਸੀ, ਪਹਿਲਾਂ ਨਹੀਂ ਸੀਗਾ। ਨੈਕਸਟ ਹੈ, ਸੰਸਦ ਦੀ ਸਰਕਾਰ ਦੇ ਵਿੱਚ ਰਾਜ ਦੀ ਅਸਲ ਸ਼ਕਤੀ ਕਿਸ ਦੇ ਹੱਥ ਦੇ ਵਿੱਚ ਹੁੰਦੀ ਹੈ? ਸੰਸਦ ਦੀ ਸਰਕਾਰ ਦੇ ਵਿੱਚ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਰਾਜ ਦੀ ਜਿਹੜੀ ਐਕਚੁਅਲ ਜਿਹੜੀ ਪਾਵਰ ਹੁੰਦੀ ਹੈ ਉਹ ਕਿਸ ਦੇ ਹੱਥ ਦੇ ਵਿੱਚ ਹੁੰਦੀ ਹੈ? ਸੇ ਹੁੰਦੀ ਹੈ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ।
ठीक है। ये असली ਮਾਲਕ ਹੁੰਦੇ ਨੇ ਜਿਹਨੂੰ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ ਹੈ ਅਤੇ ਇਸੇ ਸੰਸਦ ਦੀ ਸਰਕਾਰ ਦੇ ਵਿੱਚ ਇੱਕ ਨਾਮਾਤਰ ਕਾਰਜਪਾਲਿਕਾ ਵੀ ਹੁੰਦਾ ਹੈ। ਠੀਕ ਹੈ, ਨਾਮਾਤਰ ਕਾਰਜਪਾਲਿਕਾ ਕਿਹੜਾ ਹੁੰਦਾ ਹੈ? ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਨਾਮਾਤਰ ਕਾਰਜਪਾਲਿਕਾ ਹੈ, ਕਿਉਂਕਿ ਸੰਵਿਧਾਨ ਨੇ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਰਾਸ਼ਟਰਪਤੀ ਨੂੰ ਦਿੱਤੀਆਂ ਨੇ, ਬਟ ਉਹ ਉਹਨਾਂ ਦਾ ਇਸਤੇਮਾਲ ਨਹੀਂ ਕਰ ਸਕਦਾ। ਉਹਨਾਂ ਦਾ ਇਸਤੇਮਾਲ ਕਰ ਸਕਦੇ ਆ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ। ਠੀਕ ਹੈ, ਰਾਸ਼ਟਰਪਤੀ ਇਹਨਾਂ ਦੀ ਸਲਾਹ ਦੇ ਨਾਲ ਹੀ ਜਿਹੜਾ ਹੈ ਇਹਨਾਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ। ਨੈਕਸਟ ਕੁਐਸਚਨ ਹੈ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਲਏ ਗਏ ਹਨ? ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੈਕਸਟ ਕੁਐਸਚਨ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਲਏ ਗਏ ਨੇ ਉਹ ਆਇਰਲੈਂਡ ਤੋਂ ਲਏ ਗਏ ਹੈਗੇ ਨੇਗੇ। ਠੀਕ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਇਹ ਆਇਰਲੈਂਡ ਤੋਂ ਲਏ ਗਏ ਸਿਧਾਂਤ ਨੇਗੇ। ਨੈਕਸਟ ਹੈ ਜੀ 181 ਨੰਬਰ, ਸੰਵਿਧਾਨ ਦੀ ਕਿਹੜੀ ਧਾਰਾ ਦੇ ਅਨੁਸਾਰ ਹਿੰਦੀ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ? ਆਫੀਸ਼ੀਅਲ ਲੈਂਗੁਏਜ ਦਾ ਜਿਹੜਾ ਦਰਜਾ ਦਿੱਤਾ ਗਿਆ ਹੈ, ਸੋ ਕਿਹੜੀ ਧਾਰਾ ਹੈ, ਕਿਹੜਾ ਆਰਟੀਕਲ ਹੈ? ਸੋ ਧਾਰਾ 343 ਹੈ, ਜਿਸ ਦੇ ਵਿੱਚ ਹਿੰਦੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਦੇ ਰੂਪ ਦੇ ਵਿੱਚ ਮਾਨਤਾ ਦਿੱਤੀ ਗਈ ਹੈਗੀ ਆ। ਨੈਕਸਟ ਹੈ, ਰਾਸ਼ਟਰਪਤੀ ਦਾ ਕਾਰਜਕਾਲ ਕਦੋਂ ਤੋਂ ਗਿਣਿਆ ਜਾਂਦਾ ਹੈ? ਸੋ ਰਾਸ਼ਟਰਪਤੀ ਦਾ ਕਾਰਜਕਾਲ ਉਸ ਸਮੇਂ ਤੋਂ ਗਿਣਿਆ ਜਾਂਦਾ ਹੈ ਜਦੋਂ ਉਹ ਉਸ ਅਹੁਦੇ ਨੂੰ ਸੰਭਾਲਦਾ ਹੈ, ਉਸ ਮਿਤੀ ਤੋਂ। ਠੀਕ ਹੈ, ਅਤੇ ਇਹ ਆਉਂਦਾ ਉਦੋਂ ਸੰਭਾਲਦਾ ਹੈ ਜਦੋਂ ਉਸਨੇ ਸਹੁੰ ਚੁੱਕ ਲਈ ਹੁੰਦੀ ਹੈ, ਜਦੋਂ ਉਸਨੇ ਸਹੁੰ ਚੁੱਕ ਲਈ ਹੁੰਦੀ ਹੈਗੀ। ਓਕੇ, ਉਸ ਸਮੇਂ ਤੋਂ ਉਹ ਉਸ ਅਹੁਦੇ ਨੂੰ ਸੰਭਾਲਦਾ ਹੈ। ਦੇਸ਼ ਦੇ ਵਿੱਚ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਆਪਤਕਾਲੀਨ ਘੋਸ਼ਿਤ ਜਿਹੜਾ ਉਹ ਕੀਤਾ ਜਾ ਚੁੱਕਿਆ ਹੈ? ਯਾਨੀ ਕਿ ਆਰਟੀਕਲ 352 ਜਿਹੜਾ ਹੈ, ਨੈਸ਼ਨਲ ਜਿਹੜੀ ਐਮਰਜੈਂਸੀ ਹੈ ਜਿਹੜੀ ਕਿ ਬਾਹਰੀ ਸੰਕਟ ਦੇ ਕਾਰਨ ਕਰਕੇ ਹੁੰਦੀ ਹੈ, ਕਿੰਨੇ ਵਾਰ ਲਾਗੂ ਹੋਈ ਹੈ? ਸੋ ਹੁਣ ਤੱਕ ਜਿਹੜੀ ਹੈ ਇਹ 3 ਵਾਰ ਲਾਗੂ ਹੋਈ ਹੈ, ਹੁਣ ਤੱਕ 3 ਵਾਰ ਲਾਗੂ ਹੋਈ ਹੈਗੀ। ਨੈਕਸਟ ਕੁਐਸਚਨ ਹੈ ਜੀ, ਕਿਹੜੇ ਮੌਲਿਕ ਅਧਿਕਾਰ ਰਾਸ਼ਟਰੀ ਆਪਤਕਾਲੀਨ ਸਮੇਂ ਖੋਏ ਨਹੀਂ ਜਾ ਸਕਦੇ? ਸੋ ਇਹਦੇ ਵਿੱਚ ਆਉਂਦਾ ਹੈ ਜੀ, ਸੋ ਇਹਦੇ ਵਿੱਚ ਹੈ ਜੀ ਧਾਰਾ ਨੰਬਰ 20 ਤੇ ਧਾਰਾ ਨੰਬਰ 21, ਯਾਨੀ ਕਿ ਜਿਹੜੇ ਮੌਲਿਕ ਅਧਿਕਾਰ ਅਨੁਛੇਦ 20 ਤੇ 21 ਦੇ ਵਿੱਚ ਆਉਂਦੇ ਨੇ, ਸੋ ਉਹਨਾਂ ਨੂੰ ਖੋਇਆ ਨਹੀਂ ਜਾ ਸਕਦਾ। ਇਹਦੇ ਵਿੱਚ ਹੈ ਕਿ ਜੀਵਨ ਜਿਉਣ ਦਾ ਅਧਿਕਾਰ ਹੈ। ਠੀਕ ਹੈ, ਸੋ ਆਪਣੇ ਜਿਹੜੇ ਕਹਿ ਸਕਦੇ ਰੱਖ ਰਖਾਵ ਦਾ ਜਿਹੜਾ ਆ ਜਾਂਦਾ ਹੈ ਕਿ ਜੀਵਨ ਜਿਉਣ ਦਾ ਅਧਿਕਾਰ ਹੈ, ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ, ਇਹਦੇ ਵਿੱਚ ਆਉਂਦੇ ਹੈਗੇ ਨੇਗੇ। ਇਸ ਤੋਂ ਇਲਾਵਾ ਸੁਤੰਤਰਤਾ ਵੀ ਹੁੰਦੀ ਹੈ। ਨੈਕਸਟ ਹੈ, ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਸੌਂਪਦਾ ਹੈ? ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਸੌਂਪਦਾ ਹੈ? ਉਪ ਰਾਸ਼ਟਰਪਤੀ ਨੂੰ, ਵਾਈਸ ਪ੍ਰੈਜ਼ੀਡੈਂਟ ਨੂੰ। ਇੱਕ ਚੀਜ਼ ਹੋਰ ਵੀ ਇਹਦੇ ਬਾਰੇ ਜਿਹੜੀ ਇੰਪੋਰਟੈਂਟ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਤਾਂ ਆਪਣਾ ਤਿਆਗ ਪੱਤਰ ਉਪ ਰਾਸ਼ਟਰਪਤੀ ਨੂੰ ਸੌਂਪਦਾ ਹੈ। ਜੇਕਰ ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦੇਣਾ ਚਾਹੁੰਦਾ ਤਾਂ ਉਹ ਕਿਸ ਨੂੰ ਦੇਵੇਗਾ? ਉਹ ਦੇਵੇਗਾ ਜੀ ਰਾਸ਼ਟਰਪਤੀ ਨੂੰ, ਜਾਣੀ ਕਿ ਦੋਨੋਂ ਇੱਕ ਦੂਜੇ ਨੂੰ ਜਿਹੜਾ ਹੈ ਇਹ ਆਉਂਦਾ ਸੰਭਾਉਂਦੇ ਹੈਗੇ ਨੇਗੇ। ਨੈਕਸਟ ਹੈ, ਭਾਰਤ ਦੇ ਕਿਹੜੇ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੀ ਚੋਣ ਲੜਨ ਦੇ ਲਈ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਸੀ? ਉਪ ਰਾਸ਼ਟਰਪਤੀ ਸੀ ਪਹਿਲਾਂ, ਬਟ ਰਾਸ਼ਟਰਪਤੀ ਬਣਨ ਦੇ ਲਈ ਜਿਹੜਾ ਹੈ ਚੋਣ ਲੜਨ ਦੇ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੋ ਇਹ ਸੀਗਾ ਵੀ ਗਿਰੀ ਸੀਗਾ, ਇਹ ਪਹਿਲਾ ਉਪ ਰਾਸ਼ਟਰਪਤੀ ਸੀਗਾ, ਫਿਰ ਇਸਨੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਕੇ ਰਾਸ਼ਟਰਪਤੀ ਦੀ ਚੋਣ ਲੜੀ ਸੀ, ਜਿਸ ਦੇ ਵਿੱਚ ਇਹ ਜਿੱਤ ਗਿਆ ਸੀ। ਨੈਕਸਟ ਹੈ, ਜਦੋਂ ਰਾਜ ਸਭਾ ਦਾ ਚੇਅਰਮੈਨ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰਦਾ ਹੈ, ਠੀਕ ਹੈ, ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰਦਾ ਹੈ ਤਾਂ ਰਾਜ ਸਭਾ ਦੇ ਚੇਅਰਮੈਨ ਦੇ ਤੌਰ 'ਤੇ ਕੌਣ ਕੰਮ ਕਰਦਾ ਹੈ? ਸੋ ਬੜਾ ਸਿੰਪਲ ਅਤੇ ਬੜਾ ਈਜ਼ੀ ਵੀ ਹੈ, ਬਟ ਕਨਫਿਊਜ਼ਨ ਵਾਲਾ ਵੀ ਹੈ। ਅਤੇ ਉਸ ਤੋਂ ਬਾਅਦ ਕੌਣ ਕੰਮ ਕਰੇਗਾ? ਸੋ ਇਸ ਦਾ ਰਾਈਟ ਆਂਸਰ ਹੈ ਡਿਪਟੀ ਚੇਅਰਮੈਨ। ਸੋ ਇੱਕ ਡਿਪਟੀ ਚੇਅਰਮੈਨ ਵੀ ਚੁਣਿਆ ਜਾਂਦਾ ਹੈ ਰਾਜ ਸਭਾ ਦਾ। ਓਕੇ, ਇੱਕ ਚੀਜ਼ ਹੋਰ ਇਸ ਬਾਰੇ ਯਾਦ ਰੱਖਣੀ ਕਿ ਜਿਹੜਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਉਹ ਉਪ ਰਾਸ਼ਟਰਪਤੀ ਹੁੰਦਾ ਹੈ, ਉਹ ਉਪ ਰਾਸ਼ਟਰਪਤੀ ਹੁੰਦਾ ਹੈਗਾ ਗਾ, ਅਤੇ ਇਸ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਹ ਉਪ ਰਾਸ਼ਟਰਪਤੀ ਦੀ ਤਨਖਾਹ ਨਹੀਂ ਦਿੱਤੀ ਜਾਂਦੀ, ਇਹ ਤਨਖਾਹ ਦਿੱਤੀ ਜਾਂਦੀ ਹੈ ਰਾਜ ਸਭਾ ਦੇ ਚੇਅਰਮੈਨ ਦੇ ਰੂਪ ਦੇ ਵਿੱਚ। ਅਤੇ ਵਰਤਮਾਨ ਸਮੇਂ ਇਸ ਦੀ ਜਿਹੜੀ ਸੈਲਰੀ ਹੈ ਉਹ 4 ਲੱਖ ਰੁਪਏ ਹੈ, 4 ਲੱਖ ਰੁਪਈਆ ਸੈਲਰੀ ਹੈ। ਅਤੇ ਜਿਹੜਾ ਰਾਸ਼ਟਰਪਤੀ ਹੈ ਉਹਦੀ ਸੈਲਰੀ ਕਿੰਨੀ ਹੈ? 5 ਲੱਖ ਰੁਪਈਆ। ਓਕੇ, ਧਿਆਨ ਰੱਖਣਾ, ਮੋਸਟ ਇੰਪੋਰਟੈਂਟ ਕੁਐਸਚਨ ਨੇਗੇ ਇਹ। ਨੈਕਸਟ ਹੈ ਜੀ, ਤਾਂ ਧਿਆਨ ਰੱਖਣਾ। ਸੋ ਇਹ ਲਾਸਟ ਆਪਣਾ ਕੁਐਸਚਨ ਇਹ ਕਲੀਅਰ ਹੋ ਗਿਆ ਹੈ ਨਾ ਕਿ ਜਿਹੜਾ ਹੈ ਰਾਜ ਸਭਾ ਦਾ ਚੇਅਰਮੈਨ ਹੈ ਜਦੋਂ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਚਲਾ ਜਾਂਦਾ ਹੈ, ਉਹ ਇਸ ਕਰਕੇ ਚਲਾ ਜਾਂਦਾ ਹੈ ਕਿ ਜਦੋਂ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਜਾਂ ਡੈਥ ਹੋ ਜਾਂਦੀ ਹੈ ਜਾਂ ਕਿਤੇ ਉਹ ਬਾਹਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਉਸ ਨੂੰ ਸੰਭਾਲ ਲੈਂਦਾ ਹੈ, ਅਤੇ ਉਹਦੀ ਜਗ੍ਹਾ ਦੇ ਉੱਪਰ ਜਿਹੜਾ ਹੈ ਉਹਦਾ ਰਾਜ ਸਭਾ ਦੇ ਚੇਅਰਮੈਨ ਦਾ ਜਿਹੜਾ ਅਹੁਦਾ ਖਾਲੀ ਹੁੰਦਾ ਹੈ ਉਹਦੀ ਜਗ੍ਹਾ 'ਤੇ ਇੱਕ ਅਗਲਾ ਅਧਿਕਾਰੀ ਹੁੰਦਾ ਹੈ ਜਿਸ ਨੂੰ ਡਿਪਟੀ ਚੇਅਰਮੈਨ ਕਿਹਾ ਜਾਂਦਾ ਹੈ, ਫਿਰ ਉਹ ਰਾਜ ਸਭਾ ਦੀ ਕਾਰਜਵਾਈ ਜਿਹੜੀ ਹੈ ਉਸ ਨੂੰ ਸੰਭਾਲਦਾ ਹੈ। ਨੈਕਸਟ ਹੈ, ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਚੋਣ ਨਾਲ
ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਮਸਲੇ ਕਿਹੜੀ ਅਦਾਲਤ ਦੇ ਵਿੱਚ ਵਿਚਾਰੇ ਜਾਂਦੇ ਨੇ? ਸੋ ਇਹਨਾਂ ਦੀ ਚੋਣ ਨਾਲ ਸੰਬੰਧਿਤ ਜੇਕਰ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਹਦਾ ਇੱਕੋ ਇੱਕ ਹੱਲ ਹੈ, ਸੋ ਉਹ ਹੈ ਸਰਵ ਉੱਚ ਅਦਾਲਤ, ਸੁਪਰੀਮ ਕੋਰਟ। ਉੱਥੇ ਜਾ ਕੇ ਹੀ ਇਹਨਾਂ ਦੀ ਉਸ ਮਸਲੇ ਦਾ ਹੱਲ ਹੋ ਸਕਦਾ ਹੈ। ਸੋ ਹੋਰ ਕਿਤੇ ਵੀ ਇਸ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ, ਉਪ ਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਕਿਹੜੇ ਸਦਨ ਦੇ ਵਿੱਚ ਚਲਾਈ ਜਾ ਸਕਦੀ ਹੈ? ਉਪ ਰਾਸ਼ਟਰਪਤੀ ਦੀ ਪੁੱਛਿਆ ਗਿਆ ਹੈ। ਸੋ ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਸਿਰਫ ਅਤੇ ਸਿਰਫ ਰਾਜ ਸਭਾ ਦੇ ਵਿੱਚ ਹੀ ਜਿਹੜਾ ਹੈ ਕਾਰਵਾਈ ਚਲਾਈ ਜਾ ਸਕਦੀ ਹੈ। ਜੇਕਰ ਪੁੱਛਿਆ ਜਾਂਦਾ ਹੈ ਕਿ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਕਿਹੜੇ ਸਦਨ ਦੇ ਵਿੱਚ ਚਲਾਈ ਜਾਂਦੀ ਹੈ, ਤਾਂ ਉਹਦੇ ਲਈ ਕੋਈ ਵੀ ਸਦਨ ਹੋ ਸਕਦਾ ਹੈ, ਬਟ ਦੋਨਾਂ ਕੋਲੋਂ ਬਾਅਦ ਦੇ ਵਿੱਚ ਇਹ ਬਿੱਲ ਯਾਨੀ ਕਿ ਇਹ ਐਕਟ ਪਾਸ ਹੋਣਾ ਜ਼ਰੂਰੀ ਹੈ। ਕਿਸੇ ਵੀ ਸਦਨ ਵਿੱਚ ਮੀਨਸ ਲੋਕ ਸਭਾ ਜਾਂ ਰਾਜ ਸਭਾ ਕਿਸੇ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਮਹਾਦੋਸ਼ ਦਾ ਮੁਕੱਦਮਾ, ਬਟ ਦੋਨਾਂ ਦੇ ਦੁਆਰਾ ਪਾਸ ਹੋਣਾ ਜ਼ਰੂਰੀ ਹੈ 2/3 ਦੇ ਨਾਲ। ਅਗਰ ਆਉਂਦਾ ਹੈ ਉਪ ਰਾਸ਼ਟਰਪਤੀ, ਤਾਂ ਉਪ ਰਾਸ਼ਟਰਪਤੀ ਦਾ ਜਿਹੜਾ ਉਪ ਰਾਸ਼ਟਰਪਤੀ ਨੂੰ ਹਟਾਉਣ ਦਾ ਜੇਕਰ ਅਧਿਕਾਰ ਹੈ ਤਾਂ ਉਹ ਹੈ ਸਿਰਫ ਰਾਜ ਸਭਾ ਕੋਲੇ, ਯਾਨੀ ਕਿ ਇਹਦੇ ਨਾਲ ਸੰਬੰਧ ਜਿਹੜੀ ਕਾਰਵਾਈ ਹੈ ਉਹ ਪਹਿਲਾਂ ਰਾਜ ਸਭਾ ਦੇ ਵਿੱਚ ਸ਼ੁਰੂ ਹੋਵੇਗੀ। ਨੈਕਸਟ ਹੈ, ਸੰਵਿਧਾਨ ਦੇ ਅਨੁਸਾਰ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ? ਸੰਵਿਧਾਨ ਦੇ ਅਨੁਸਾਰ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ? ਸੋ ਇਹ ਹੁੰਦਾ ਹੈ ਰਾਸ਼ਟਰਪਤੀ, ਅਤੇ ਇਹ ਨਾਮ ਮਾਤਰ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ। ਮੀਨਸ ਕਿ ਸੰਵਿਧਾਨ ਨੇ ਸ਼ਕਤੀਆਂ ਸਾਰੀਆਂ ਦਿੱਤੀਆਂ ਹੋਈਆਂ ਨੇ, ਪਰ ਇਸਤੇਮਾਲ ਮੰਤਰੀ ਮੰਡਲ ਕਰਦਾ ਹੈ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ। ਨੈਕਸਟ ਹੈ, ਕਿਹੜੇ ਮੁੱਖ ਜੱਜ ਨੇ ਬਤੌਰ ਰਾਸ਼ਟਰਪਤੀ ਦਾ ਅਹੁਦਾ ਵੀ ਸੰਭਾਲਿਆ ਹੈ? ਠੀਕ ਹੈ, ਯਾਨੀ ਕਿ ਇਹ ਕਹਿ ਸਕਦੇ ਹੋ ਕਿ ਭਾਰਤ ਦਾ ਉਹ ਕਿਹੜਾ ਰਾਸ਼ਟਰਪਤੀ ਹੈ ਜਿਹੜਾ ਪਹਿਲਾਂ ਸੁਪਰੀਮ ਕੋਰਟ ਦਾ ਮੁੱਖ ਜੱਜ ਵੀ ਰਿਹਾ ਹੈ, ਚੀਫ ਜਸਟਿਸ ਵੀ ਰਿਹਾ ਹੈ। ਸੋ ਇਹ ਸੀਗਾ ਐਮ ਹਦਾਇਤ ਉੱਲਾ ਸੀਗਾ, ਜਿਹੜਾ ਕਿ ਭਾਰਤ ਦਾ ਰਾਸ਼ਟਰਪਤੀ ਵੀ ਰਿਹਾ ਹੈ ਅਤੇ ਮੁੱਖ ਜੱਜ ਵੀ ਰਿਹਾ ਹੈ। ਹਾਲਾਂਕਿ ਇਹ ਕਾਰਜਵਾਹਕ ਸੀਗਾ, ਡੈਥ ਹੋਣ ਤੋਂ ਬਾਅਦ ਲੱਗਿਆ ਸੀਗਾ। ਓਕੇ, ਨੈਕਸਟ ਹੈ, ਰਾਸ਼ਟਰਪਤੀ ਕਿਹੜੀ ਸੰਵਿਧਾਨਿਕ ਧਾਰਾ ਦੇ ਅਨੁਸਾਰ ਆਰਡੀਨੈਂਸ ਜਾਰੀ ਕਰ ਸਕਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਰਾਸ਼ਟਰਪਤੀ ਕਿਹੜੀ ਸੰਵਿਧਾਨਿਕ ਧਾਰਾ ਦਾ ਯਾਨੀ ਕਿ ਅਨੁਛੇਦ ਦੇ ਅਧੀਨ ਆਰਡੀਨੈਂਸ ਜਾਰੀ ਕਰ ਸਕਦਾ ਹੈ? ਤਾਂ ਅਨੁਛੇਦ 123 ਦੇ ਅਧੀਨ ਆਰਡੀਨੈਂਸ ਜਾਰੀ ਕੀਤੇ ਜਾ ਸਕਦੇ ਨੇ ਰਾਸ਼ਟਰਪਤੀ ਦੇ ਦੁਆਰਾ। ਨੈਕਸਟ ਹੈ, ਕੇਂਦਰੀ ਮੰਤਰੀ ਨੂੰ ਉਹਨਾਂ ਦੇ ਵਿਭਾਗ ਕਿਸ ਦੁਆਰਾ ਅਲਾਟ ਕੀਤੇ ਜਾਂਦੇ ਨੇ? ਕੇਂਦਰੀ ਮੰਤਰੀ ਸੈਂਟਰਲ ਜਿਹੜੇ ਮਿਨਿਸਟਰ ਹੁੰਦੇ ਹੈਗੇ ਨੇਗੇ, ਉਹਨਾਂ ਦੇ ਜਿਹੜੇ ਵਿਭਾਗ ਨੇ, ਡਿਪਾਰਟਮੈਂਟ ਨੇ ਜਿਹੜੇ, ਉਹ ਕਿਹੜੇ ਵਿਅਕਤੀ ਦੇ ਦੁਆਰਾ ਅਲਾਟ ਕੀਤੇ ਜਾਂਦੇ ਨੇ? ਸੇ ਪ੍ਰਧਾਨ ਮੰਤਰੀ ਦੇ ਦੁਆਰਾ ਹੁੰਦੇ ਹੈਗੇ ਆ। ਪ੍ਰਧਾਨ ਮੰਤਰੀ ਲਿਸਟ ਬਣਾ ਕੇ ਦੇ ਦਿੰਦਾ ਹੈ ਅਤੇ ਲਾਸਟ ਦੇ ਵਿੱਚ ਪ੍ਰੈਜ਼ੀਡੈਂਟ ਜਿਹੜਾ ਹੈ ਉਹਦੇ ਉੱਪਰ ਸਿਗਨੇਚਰ ਕਰ ਦਿੰਦਾ ਹੈ। ਬਟ ਇਹ ਆਉਂਦੇ ਜਿਹੜੇ ਨੇ ਅਲਰਟ ਕੀਤੇ ਜਾਂਦੇ ਨੇ ਪ੍ਰਧਾਨ ਮੰਤਰੀ ਦੇ ਦੁਆਰਾ, ਪ੍ਰਾਈਮ ਮਿਨਿਸਟਰ ਦੇ ਦੁਆਰਾ। ਨੈਕਸਟ ਹੈ, ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਕਿਸ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ? ਇਹ ਕੁਐਸਚਨ ਅੱਜ ਤੱਕ ਦੇ ਜਿਹੜੇ ਮੇਨ ਜੋ ਲਾਸਟ ਪੇਪਰ ਹੋਏ ਨੇ, ਚਾਹੇ ਤਾਂ ਉਹ ਪੰਜਾਬ ਪੁਲਿਸ ਵਾਲਾ ਹੋਵੇ ਅਤੇ ਚਾਹੇ ਕੋਈ ਹੋਰ ਹੋਵੇ ਨਾ, ਉਹਨਾਂ ਸਾਰਿਆਂ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਤਨਖਾਹ ਨੂੰ ਲੈ ਕੇ ਕਿ ਕਿਸੇ ਵੀ ਮੰਤਰੀ ਦੀ ਜਿਹੜੀ ਤਨਖਾਹ ਹੈ ਉਹ ਕਿਸ ਦੇ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ? ਸੋ ਇਹ ਨਿਰਧਾਰਿਤ ਕੀਤੀ ਜਾਂਦੀ ਹੈ ਸੰਸਦ ਦੇ ਦੁਆਰਾ, ਪਾਰਲੀਮੈਂਟ ਦੇ ਦੁਆਰਾ। ਨੈਕਸਟ ਹੈ, ਅਗਰ ਪੁੱਛ ਲਈਏ ਕਿ ਤਨਖਾਹ ਕਿਹਦੇ ਵਿੱਚੋਂ ਦਿੱਤੀ ਜਾਂਦੀ ਹੈ, ਤਾਂ ਸੰਚਿਤ ਨਿਧੀ ਦੇ ਵਿੱਚੋਂ ਇਹ ਤਨਖਾਹ ਦਿੱਤੀ ਜਾਂਦੀ ਹੈ, ਸੰਸਦ ਦੇ ਦੁਆਰਾ। ਨੈਕਸਟ ਹੈ, ਰਾਜਾਂ ਦੇ ਵਿੱਚ ਰਾਸ਼ਟਰਪਤੀ ਦੇ ਨਾਂ 'ਤੇ ਜਾਰੀ ਕੀਤੇ ਕਾਨੂੰਨ 'ਤੇ ਕਿਸ ਦੇ ਹਸਤਾਖਰ ਹੋਣੇ ਜ਼ਰੂਰੀ ਨੇ? ਰਾਜਾਂ ਦੇ ਵਿੱਚ ਜਦੋਂ ਰਾਸ਼ਟਰਪਤੀ ਦੇ ਨਾਂ 'ਤੇ ਜਾਰੀ ਕੀਤਾ ਕਾਨੂੰਨ ਹੁੰਦਾ ਹੈ ਤਾਂ ਉਸਦੇ ਹਸਤਾਖਰ ਜਿਹੜੇ ਆ ਉਹ ਕਿਸ 'ਤੇ ਜ਼ਰੂਰੀ ਹੋ ਜਾਂਦੇ ਉਹਦੇ 'ਤੇ? ਤਾਂ ਸਰਕਾਰ ਦੇ ਸੈਕਟਰੀ ਜਿਹੜਾ ਹੁੰਦਾ ਹੈ ਉਹਦੇ ਸਾਈਨ ਹੋਣੇ ਜ਼ਰੂਰੀ ਹੁੰਦੇ ਨੇ ਇਸ ਦੇ ਉੱਪਰ। ਨੈਕਸਟ ਹੈ, ਰਾਸ਼ਟਰਪਤੀ ਦੀ ਚੋਣ ਲੜਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਸੋ ਰਾਸ਼ਟਰਪਤੀ ਬਣਨ ਦੇ ਲਈ ਘੱਟੋ ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ। ਲੋਕ ਸਭਾ ਦਾ ਮੈਂਬਰ ਬਣਨ ਦੇ ਲਈ 25 ਸਾਲ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਬਣਨ ਦੇ ਲਈ 25 ਸਾਲ ਦੀ ਹੋਣੀ ਚਾਹੀਦੀ ਹੈ। ਓਕੇ, ਜੇਕਰ ਪੁੱਛਿਆ ਜਾਂਦਾ ਹੈ ਕਿ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਕਿੰਨੀ ਉਮਰ ਹੈ, ਤਾਂ ਉਸ ਦੇ ਲਈ 30 ਸਾਲ ਦੀ ਉਮਰ ਜ਼ਰੂਰੀ ਹੈ। ਨੈਕਸਟ ਹੈ, ਜੇਕਰ ਕਿਸੇ ਰਾਸ਼ਟਰਪਤੀ ਦੀ ਕਾਰਜਕਾਲ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਪ ਰਾਸ਼ਟਰਪਤੀ ਕਿੰਨਾ ਸਮਾਂ ਉਸ ਦੇ ਅਹੁਦੇ 'ਤੇ ਕੰਮ ਕਰੇਗਾ ਜਾਂ ਕਰ ਸਕਦਾ ਹੈ? ਕਿਸੇ ਵੀ ਰਾਸ਼ਟਰਪਤੀ ਦੀ ਮੌਤ ਹੋ ਸਕਦੀ ਹੈ, ਠੀਕ ਹੈ, ਸੋ ਅਜਿਹਾ ਹੋਇਆ ਵੀ ਹੈ, ਠੀਕ ਹੈ। ਤਾਂ ਇਸ ਦੌਰਾਨ ਜਿਹੜਾ ਹੈ ਉਪ ਰਾਸ਼ਟਰਪਤੀ ਹੁੰਦਾ ਉਹ 6 ਮਹੀਨਿਆਂ ਤੱਕ ਇਸ ਅਹੁਦੇ 'ਤੇ ਰਹਿੰਦਾ ਹੈ ਅਤੇ 6 ਮਹੀਨਿਆਂ ਦੇ ਅੰਦਰ ਜਿਹੜਾ ਕਹਿ ਸਕਦੇ ਹਾਂ ਰਾਸ਼ਟਰਪਤੀ ਦੀਆਂ ਨਵੀਆਂ ਚੋਣਾਂ ਕਰਾਉਣੀਆਂ ਜ਼ਰੂਰੀਆਂ ਨੇ, ਅਤੇ ਚੁਣਿਆ ਹੋਇਆ ਵਿਅਕਤੀ 6 ਮਹੀਨਿਆਂ ਬਾਅਦ ਉਸ ਅਹੁਦੇ 'ਤੇ ਜਾ ਸਕਦਾ ਹੈ। ਪਹਿਲਾਂ ਵੀ ਜਾ ਸਕਦਾ ਹੈ ਬਟ 6 ਮਹੀਨੇ ਵੱਧ ਤੋਂ ਵੱਧ ਨਹੀਂਗੇ। ਓਕੇ, ਨੈਕਸਟ ਹੈ, ਜੇਕਰ ਸਰਵਉੱਚ ਅਦਾਲਤ ਦੇ ਜੱਜਾਂ ਦਾ ਅਹੁਦਾ ਖਾਲੀ ਹੋਵੇ ਤਾਂ ਰਾਸ਼ਟਰਪਤੀ ਨੂੰ ਉਸਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਜੇਕਰ ਸਰਵਉੱਚ ਅਦਾਲਤ ਦੇ ਜੱਜਾਂ ਦਾ ਅਹੁਦਾ ਖਾਲੀ ਹੋਵੇ ਤਾਂ ਰਾਸ਼ਟਰਪਤੀ ਨੂੰ ਉਸਦੇ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਤਾਂ ਸਰਵਉੱਚ ਅਦਾਲਤ ਦਾ ਸੀਨੀਅਰ ਜੱਜ ਜਿਹੜਾ ਹੈ ਉਹ ਸਹੁੰ ਚੁਕਾਉਂਦਾ ਹੈਗਾ ਗਾ।
ਤਾਂ ਸੀਨੀਅਰ ਜੱਜ ਜਿਹੜਾ ਹੈ ਉਹ ਸਹੁੰ ਚੁਕਾਉਂਦਾ ਹੈਗਾ ਗਾ। ਓਕੇ, ਜੇਕਰ ਮੁੱਖ ਜੱਜ ਨਾ ਹੋਵੇ। ਨੈਕਸਟ ਹੈ ਭਾਰਤ ਦੇ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ? ਤਾਂ ਭਾਰਤ ਦੇ ਵਿੱਚ ਪਿੰਡਾਂ ਦੀ ਗਿਣਤੀ ਹੈ ਮੋਸਟਲੀ 6 ਲੱਖ ਦੇ ਕਰੀਬ ਪਿੰਡ ਨੇਗੇ। ਜੇਕਰ ਟੋਟਲ ਅਸੀਂ ਗੱਲ ਕਰੀਏ ਸੀਕੁਐਂਸ ਵਾਈਜ਼ ਤਾਂ 6,64,369 ਪਿੰਡ ਨੇ ਪੂਰੇ ਭਾਰਤ ਦੇ ਵਿੱਚ। ਟੋਟਲ 6 ਲੱਖ ਅਕਾਊਂਟ ਕਰਦੇ ਹੈਗੇ ਇਸ ਨੂੰ। ਨੈਕਸਟ ਹੈ ਭਾਰਤ ਦੇ ਵਿੱਚ ਕਿੰਨੇ ਰਾਜ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਨੇਗੇ? ਪਹਿਲਾਂ ਜਿਹੜੇ ਸੀਗੇ ਉਹ 29 ਰਾਜ ਸੀਗੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 7 ਸੀਗੇ, ਬਟ ਵਰਤਮਾਨ ਸਮੇਂ ਪ੍ਰੈਜ਼ੈਂਟ ਦੇ ਵਿੱਚ ਇਹ ਰਾਜ 28 ਹੋ ਚੁੱਕੇ ਨੇਗੇ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕੇ ਨੇ। ਜਿਹੜਾ 29ਵਾਂ ਰਾਜ ਸੀ ਉਹ ਜੰਮੂ ਐਂਡ ਕਸ਼ਮੀਰ ਸੀ, ਉਸ ਨੂੰ ਖ਼ਤਮ ਕਰਕੇ ਉਹਦੇ ਵਿੱਚੋਂ 2 ਯੂਨੀਅਨ ਟੈਰੀਟਰੀ ਬਣਾ ਦਿੱਤੀਆਂ ਨੇ। ਇੱਕ ਹੈ ਜੰਮੂ ਐਂਡ ਕਸ਼ਮੀਰ, ਦੂਸਰਾ ਹੈ ਲਦਾਖ। ਇਹ ਦੋਨੋਂ ਹੀ ਹੁਣ ਯੂਨੀਅਨ ਟੈਰੀਟਰੀ ਨੇਗੀਆਂ, ਠੀਕ ਹੈ, ਜਿਹਦੀ ਬਦੌਲਤ ਹੁਣ 8 ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ 28 ਰਾਜ ਭਾਰਤ ਦੇ ਵਿੱਚ ਮੌਜੂਦ ਨੇਗੇ। ਓਕੇ ਜੀ, ਸੋ ਇਹ ਸੀ ਅੱਜ ਦੇ ਸਾਡੇ MCQ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।